तुर देखो तुर दा मिले उड़ते को उड़ता उड़ते को उड़ता जीवते को जीवता मिले जीवते को जीवता मिले मुए को मुआ जीवते को जीवता मिले जीवते को जीवता मिले मुए को मुआ तुर देखो तुर दा मिले उड़ते को उड़ता। प्यारी साध संगत जी, जो श्लोक असी गायन किया है एक गुरु अंगद पातशाह का श्लोक है, मैला दूजा का श्लोक है गुरु ग्रंथ साहिब दे 788 दैट इज 788 अंक ते ये शब्द सुभायमान है। असी जो भी बाणी पढ़ते हाँ सारी दी सारी बाणी गुरु पातशाह ने इस विलक्षण एक बड़े यूनीक ढंग नाल लिखी है कि पढ़न वाला जदों उसनों अपने ते टुका के पढ़दा है तो उसनों महसूस होंदा है कि यह फर्स्ट परसन दी लैंग्वेज विच लिखी है ते मैनू कह रहे ने। जिवें कि माई मैं तन पायो हर नाम, मैनू कह रहे हैं। माई मेरे मन को सुख, मैनू कह रहे ने। मन मेरे सतगुर के भाणे चल, मैनू कह रहे ने। सारा गुरु ग्रंथ साहिब जो इंसान पढ़ता है इसका एक एक शब्द मेरे एक एक नैगेटिव अते गलत अते मैलाफाइड मन के मूड्स नू ठीक करता है। जिथों जिथों मैं पॉल्यूशन बोरो कीती सी उसनू साफ करता है। शर्त इको रहिंदी है कि की बाणी मैं अपने आप दे सुधार वास्ते पढ़दा हाँ जां लोकां नू सुधारना चाहुंदा। जदों मैनू ये भुलेखा पिया कि भी मैं लोकां नू सुधारना है तो गुरु साहब ने मैनू कहा प्रथमे मन प्रबोध है अपना पाछे अवर जावे, पहला अपने आप नू ठीक कर। फिर मैनू समझाया आप सवारे मैं मिले, मैं मिलिया सुख होए। तू सुखी होना चाहता है तो पहली शर्त है अपने आप नू सवार। इहदा मतलब बाणी मैनू सवारना चाहती है। मैनू सवारन वास्ते कबीर साहब का एक श्लोक समझते हैं। कबीर साहब श्लोक विच कहते ने कबीर सब ते हम बुरे, हम तज भलो सब कोए, जिन ऐसा कर बूझिया मीत हमारा सोए। जदों असी बाणी नू खोज खोज के पढ़ते हाँ तो एक बड़ा बड़ा स्वाद आंदा, विस्माद आंदा है कि गुरु अर्जन पातशाह ने कितने कीमती ढंग नाल बाणी नू कंपाइल किया है।
ਦ ਵੇ ਇਟ ਇਜ਼ ਕੰਪਾਈਲਡ ਸੱਚ ਏ ਯੂਨੀਕ ਨਾਈਸ ਢੰਗ ਦੇ ਨਾਲ ਕਿ ਹਰ ਕਾਮਨ ਮੈਨ ਇਸ ਨੂੰ ਸਮਝ ਸਕੇ। ਪਹਿਲਾਂ ਕਿਸੇ ਦੀ ਮੋਨੋਪਲੀ ਹੁੰਦੀ ਸੀ। ਗੁਰੂ ਸਾਹਿਬ ਨੇ ਕਾਮਨ ਮੈਨ, ਸਾਦਾ ਮਨੁੱਖ, ਪੜ੍ਹਿਆ ਹੈ ਜਾਂ ਨਹੀਂ, ਖੇਤੀਬਾੜੀ ਕਰਦਾ ਹੈ ਜਾਂ ਲੇਬਰ ਹੈ, ਜੋ ਮਰਜ਼ੀ ਕਿਸਮ ਦਾ ਮਨੁੱਖ ਹੈ, ਉਸਨੂੰ ਇਤਨੇ ਸਾਦਾ ਮਦਰ ਟੰਗ ਮਾਂ ਬੋਲੀ ਦੀ ਲੈਂਗੁਏਜ ਵਿੱਚ ਸਮਝਾਇਆ, ਸਾਦਾ ਸਾਦਾ ਐਗਜ਼ਾਮਪਲਸ ਦੇ ਦੇ ਕੇ ਕਿ ਮਨੁੱਖ ਆਪਣੇ ਬਾਰੇ ਜਦੋਂ ਸੋਚਦਾ ਹੈ ਤਾਂ ਉਸਨੂੰ ਬਾਣੀ ਦੀ ਬਣਤਰ ਵਿੱਚ ਇਹ ਨਜ਼ਰ ਆਉਂਦਾ ਹੈ ਕਿ ਇਸ ਸ਼ਲੋਕ ਦੇ ਹੋਰ ਗਹਿਰਾਈ ਸੇ ਅਰਥ ਸਮਝਣ ਵਾਸਤੇ ਮੈਂ ਪਿਛਲੇ ਕੁਝ ਸ਼ਲੋਕ ਪੜ੍ਹਾਂ, ਅਗਲੇ ਕੁਝ ਸ਼ਲੋਕ ਪੜ੍ਹਾਂ, ਤਾਂ ਮੈਨੂੰ ਇਸ ਸ਼ਬਦ ਦੀ ਡੈਪਥ ਹੋਰ ਮਿਲੇਗੀ। ਇੰਜ ਜਦੋਂ ਅਸੀਂ ਵਿਚਾਰ ਰਹੇ ਸੀ ਬਈ ਜਿੱਥੇ ਲਿਖਿਆ ਕਬੀਰ ਸਾਹਿਬ ਦਾ ਇਹ ਸ਼ਲੋਕ, ਲੜੀਵਾਰ ਕਬੀਰ ਸਾਹਿਬ ਦੇ ਸ਼ਲੋਕਾਂ ਵਿੱਚ ਕਬੀਰ ਸਾਹਿਬ ਤੇ ਹਮ ਬੁਰੇ, ਉਹ ਲੜੀ ਚਲਦੀ ਪਈ ਹੈ। ਹਮ ਦਾ ਮਤਲਬ ਮੈਂ, ਜਿਸ ਤਰ੍ਹਾਂ ਪਹਿਲਾਂ ਭਾਈ ਸਾਹਿਬ ਜੀ ਮੈਂ ਦੀ ਗੱਲ ਕਰ ਰਹੇ ਸੀ ਨਾ, ਮੈਂ, ਮੇਰੀ, ਈਗੋ, ਹਉਮੈ। ਮੈਂ ਇੱਕ ਬੜਾ ਵੱਡਾ ਵਿਕਾਰ ਹੈ। ਹਉਮੈ ਦੀਰਘ ਰੋਗ ਹੈ, ਬਿਗੇਸਟ ਬਿਮਾਰੀ, ਕ੍ਰੋਨਿਕ ਡਿਜ਼ੀਜ਼ ਹੈ। ਹਉਮੈ ਦੀਰਘ ਰੋਗ ਹੈ, दारू ਵੀ ਸਮਾਈ। ਪਰ ਇੱਕ ਗੱਲ ਕਹਿੰਦੇ ਨੇ, ਤੈਨੂੰ ਲੱਭਣਾ ਪਏਗਾ ਹਉਮੈ ਆਈ ਕਿੱਥੋਂ। ਜੇ ਤੂੰ ਇਹ ਲੱਭਣ ਵਾਸਤੇ ਸਮਰਥ ਹੋ ਜਾਏਗਾ ਨਾ ਕਿ ਆਈ ਕਿੱਥੋਂ, when you are able to find out the source, ਤਾਂ ਤੈਨੂੰ ਇਹ ਹਉਮੈ ਕੱਢਣੀ ਵੀ ਆ ਜਾਏਗੀ। ਹਉਮੈ ਕਿੱਥੋਂ ਉਪਜੇ, ਜੇ ਇੱਕ ਵਾਰੀ ਇਹ ਧਿਆਨ ਕਰ ਲਿਆ ਨਾ, ਰੁਕ ਕੇ ਸਹਿਜ ਨਾਲ ਬਾਣੀ ਨੂੰ ਪੜ੍ਹ ਕੇ ਅਤੇ ਆਪਣੇ ਬਾਰੇ ਆਪਣੇ ਤੇ ਟੁਕਾ ਕੇ, that is called introspection। ਆਪ ਨੜੇ ਗਿਰਵਾਨ ਮੈਂ ਸਿਰ ਨੀਵਾਂ ਕਰ ਵੇਖਣਾ, ਦੇਖਣਾ ਵੀ ਮੈਂ ਕਿੱਥੇ ਖੜਾ। ਮੈਂ ਲੋਕਾਂ ਨੂੰ ਹੀ ਕ੍ਰਿਟੀਸਾਈਜ਼ ਕਰਦਾ ਰਹਿੰਦਾ, ਮੈਂ ਸਾਰੀ ਆਪਣੀ ਜ਼ਾਤ ਬਰਾਦਰੀ ਸਭ ਨੂੰ ਸ਼ੋਅ ਕਰਦਾ ਸਾਰੇ ਭੈੜੇ ਨੇ, ਮੈਂ ਸੋਚਦਾ ਸਾਰੇ ਬ੍ਰਾਂਡ ਨੇਮ ਦੀਆਂ ਚੀਜ਼ਾਂ ਮੇਰੇ ਕੋਲ ਨੇ। ਇਸ ਤਰ੍ਹਾਂ ਮੈਂ ਦੂਜਿਆਂ ਨੂੰ ਭੈੜਾ ਸਮਝਦਾ। ਤਾਂ ਗੁਰੂ ਸਾਹਿਬ ਹੁਣ ਉਸ ਮੈਂ ਦੀ ਲੜੀ ਵਿੱਚ ਕਬੀਰ ਸਾਹਿਬ ਦੇ ਸ਼ਲੋਕਾਂ ਵਿੱਚ ਕਹਿ ਰਹੇ ਨੇ, ਇਹ ਨਹੀਂ ਕਹਿ ਰਹੇ ਕਿ ਮੈਂ ਸਭ ਤੋਂ ਭੈੜਾ, ਕਬੀਰ ਸਾਹਿਬ ਤੇ ਹਮ ਬੁਰੇ। ਸ਼ਬਦ ਦੀ ਲੜੀ ਚਲਦੀ ਪਈ ਹੈ, ਮੈਂ, ਈਗੋ, ਹਉਮੈ, ਵਿਕਾਰ। ਤੇ ਜਦੋਂ ਮੈਨੂੰ ਪਤਾ ਲੱਗਾ ਮੇਰੀ ਮੈਂ, ਹਉਮੈ, ਈਗੋ, ਵਿਕਾਰ ਬਾਰੇ ਕਹਿ ਰਹੇ ਨੇ, ਤਾਂ ਮੈਨੂੰ ਪਤਾ ਲੱਗਾ ਜਿਹੜੀ ਮੈਂ ਲਾਈ ਹੋਈ ਹੈ ਨਾ, ਹਮ हमारे जैसा कोई है, मेरे जैसा अमीर कोई है, मेरे जैसी डिग्री किसी को है, मेरे जैसा सुंदर कोई है, मेरे जैसी कार किसी को है, मेरे जैसा धर्मी कोई है, मेरे जैसा ऑनेस्ट कोई है। ਇਹ ਜਿਹੜੀ ਹਮ ਲਾਈ, ਮੇਰੀ ਉੱਚੀ ਜ਼ਾਤ, ਸਾਡੀ ਜ਼ਾਤ। ਕਬੀਰ ਸਾਹਿਬ ਕਹਿੰਦੇ ਇਹ ਹਮ ਵਾਲੇ ਖਿਆਲ ਬੜੇ ਬੁਰੇ ਨੇ। ਕਬੀਰ ਸਭ ਤੇ ਹਮ ਬੁਰੇ। ਹਮ ਤਜ ਜੇ ਮੈਂ ਹਉਮੈ ਹੋ ਛੱਡ ਦੇਵੇਂ, ਪਤਾ ਕੀ ਹੋਏਗਾ, ਤੇਰੇ ਤੇ ਕਰਾਮਾਤ ਵਾਪਰ ਜਾਏਗੀ। ਤੈਨੂੰ ਕੁਛ ਲੋਕੀ ਚੰਗੇ ਲੱਗਦੇ ਨੇ, ਕੁਛ ਲੋਕੀ ਬੁਰੇ ਲੱਗਦੇ ਨੇ। ਜੋ ਹੀ ਮੈਂ ਹਉਮੈ ਹੋ ਛੱਡ ਦੇ, ਕਬੀਰ ਸਭ ਤੇ ਹਮ ਬੁਰੇ ਤੇ ਹਮ ਤਜ, ਹਮ ਨੂੰ ਛੱਡ ਦੇ, ਡ੍ਰੌਪ ਇਟ। ਦ ਮੂਮੈਂਟ ਯੂ ਡ੍ਰੌਪ ਇਟ, ਭਲੋ ਸਭ ਕੋਏ ਲੱਗਦੇ ਨੇ। ਕਿਤਨਾ ਸਿੰਪਲ ਹੋ ਗਿਆ, ਸਾਰੇ ਲੋਕੀ ਅੱਛੇ ਲੱਗਦੇ ਨੇ, ਕੋਈ ਵੀ ਬੁਰਾ ਨਹੀਂ ਲੱਗਦਾ। ਜਦੋਂ ਵਿਸਾਖੀ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਖੰਡੇ ਕੀ ਪੌਲ ਛਕਾਈ ਨਾ, ਤਾਂ ਉਹਦੇ ਵਿੱਚ ਇਹ ਸਿਖਾਇਆ ਕਿ ਜ਼ਾਤ ਪਾਤ ਕੋਈ ਨਹੀਂ ਹੈ। ਤੂੰ ਬਾਣੀ ਪੜ੍ਹ ਕੇ ਸਾਰਿਆਂ ਵਿੱਚ ਇੱਕ ਪਿਤਾ ਇੱਕ ਅਸਕੇ ਬਾਰਕ ਦੇਖਣਾ ਹੈ।
ਸੋ ਖੰਡੇ ਕੀ ਪੌਲ ਛਕਾ ਕੇ ਸਾਨੂੰ ਸਾਰਿਆਂ ਮਨੁੱਖਾਂ ਵਿੱਚ ਰੱਬ ਵੇਖਣਾ ਸਿਖਾਉਂਦੇ ਨੇ। ਬੜੀ ਵੱਡੀ ਕਰਾਮਾਤ ਕੀਤੀ ਗੁਰੂ ਪਾਤਸ਼ਾਹ ਨੇ। ਤੇ ਇਹ ਥਾਟ ਪ੍ਰੋਸੈਸ ਠੀਕ ਕਰਨ ਵਾਸਤੇ ਖੰਡੇ ਕੀ ਪੌਲ ਛਕਾ ਕੇ ਸਾਨੂੰ ਬਾਣੀ ਦੇ ਲੜ ਲਾਇਆ ਵੀ ਤੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਨੀ ਹੈ, ਰੋਜ਼ ਉਸ ਦਾ ਨਿਤਨੇਮ ਕਰਨਾ ਹੈ। ਸੋ ਹੁਣ ਸਾਨੂੰ ਨਿਤਨੇਮ ਜਿਹੜਾ ਅਸੀਂ ਕਰਦੇ ਹਾਂ, ਸਾਡੇ ਕੋਲ ਪੰਥਕ ਅਕਾਲ ਤਖਤ ਦੀ ਰਹਿਤ ਮਰਿਆਦਾ ਹੈ, ਉਸ ਅਨੁਸਾਰ ਅਸੀਂ ਸਾਰੇ ਨਿਤਨੇਮ ਕਰਦੇ ਹਾਂ, ਖੰਡੇ ਕੀ ਪੌਲ ਛਕਦੇ ਹਾਂ, 5 ਕਕਾਰ ਸਜਾਉਂਦੇ ਹਾਂ। ਤੇ ਇਸ ਦੇ ਪਿੱਛੇ ਜਿਹੜਾ ਮੰਤਵ ਹੈ ਉਹ ਹੈ ਕਿ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਕਿਹਨੂੰ ਭਲਾ ਕਵਾਂ ਤੇ ਕਿਸ ਨੂੰ ਬੁਰਾ ਕਵਾਂ, ਮੈਨੂੰ ਤੇ ਸਾਰੇ ਰੱਬ ਜੀ ਦੇ ਬੰਦੇ ਨਜ਼ਰ ਆਉਂਦੇ ਨੇ। ਇਹ ਗੁਰੂ ਪਾਤਸ਼ਾਹ ਬਾਣੀ ਰਾਹੀਂ ਸਾਡਾ ਨਾ ਥਾਟ ਪ੍ਰੋਸੈਸ ਫਿਕਸ ਅਪ ਕਰਦੇ ਨੇ ਕਿ ਤੂੰ ਸਭ ਨੂੰ ਬੁਰਾ ਨਾ ਕਹਿ। ਜੇ ਤੂੰ ਕਿਸੇ ਨੂੰ ਬੁਰਾ ਕਹੇਗਾ ਤੇ ਕਿਸੇ ਨੂੰ ਚੰਗਾ ਕਹੇਗਾ ਤਾਂ ਗੁਰੂ ਸਾਹਿਬ ਕਹਿੰਦੇ ਕੁਦਰਤ ਦਾ ਪੱਕਾ ਨਿਯਮ ਹੈ। ਨਿਯਮ ਕੀ ਹੈ? ਬੁਰਾ ਭਲਾ ਤਿੱਚਰ ਆਖਦਾ ਜਿੱਚਰ ਹੈ ਦੂਹ ਮਾਏ। ਤੂੰ ਤਾਂ ਤੱਕ ਕਿਸੇ ਨੂੰ ਬੁਰਾ ਤੇ ਭਲਾ ਕਹਿੰਦਾ ਰਹੇਗਾ ਜੋ ਤੱਕ ਤੂੰ ਖੁਦ ਡੁਅਲਿਟੀ ਵਿੱਚ ਰਹੇਗਾ, ਜੋ ਤੱਕ ਤੂੰ ਖੁਦ ਦੁਬਿਧਾ ਵਿੱਚ ਰਹੇਗਾ, ਜੋ ਤੱਕ ਤੂੰ ਖੁਦ ਭਰਮ ਵਿੱਚ ਰਹੇਗਾ। ਇਸ ਕਰਕੇ ਤੈਨੂੰ ਕੁਛ ਲੋਕੀ ਚੰਗੇ ਲੱਗਣਗੇ, ਕੁਛ ਲੋਕੀ ਬੁਰੇ ਲੱਗਣਗੇ। ਤਾਂ ਕਬੀਰ ਸਾਹਿਬ ਕਹਿੰਦੇ ਨੇ ਕਬੀਰ ਸਭ ਤੇ ਹਮ ਬੁਰੇ ਹਮ ਤਜ ਭਲੋ ਸਭ ਕੋਏ। ਸਾਰੇ ਤੈਨੂੰ ਚੰਗੇ ਲੱਗਣਗੇ, ਤੈਨੂੰ ਡਾਈਵਰਸਿਟੀ 'ਚ ਜੀਣਾ ਆ ਜਾਏਗਾ। ਪਹਿਲਾਂ ਭਾਰਤ ਦੇ ਜ਼ਮਾਨੇ ਵਿੱਚ ਅਸੀਂ ਦੇਖਦੇ ਸਾਂ ਕਿ ਜਾਤ-ਪਾਤ ਸਿਸਟਮ ਹੁੰਦਾ ਸੀ। ਕਿਸੇ ਨੂੰ ਕਹਿ ਦਿੱਤਾ ਜਾਂਦਾ ਸੀ ਇਹ ਅਛੂਤ ਹੈ, ਨੀਵੀਂ ਜਾਤ ਦਾ ਹੈ, ਕਿਸੇ ਨੂੰ ਕਹਿ ਦਿੱਤਾ ਜਾਂਦਾ ਸੀ ਇਹ ਉੱਚੀ ਜਾਤ ਦਾ ਹੈ। ਤਾਂ ਜਾਤਾਂ ਪਾਤਾਂ ਦਾ ਵਿਤਕਰਾ ਹੁੰਦਾ ਸੀ। ਗੁਰੂ ਪਾਤਸ਼ਾਹ ਨੇ ਕਿਹਾ ਤੇਰੇ ਸਾਹਮਣੇ ਜਿਹੜਾ ਮਨੁੱਖ ਆਏਗਾ ਨਾ, ਤੂੰ ਦੇਖਣਾ ਸਭ ਹੈ ਘੱਟ ਰਾਮ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਤੈਨੂੰ ਸਾਰੇ ਵੀ ਆਲ ਆਰ ਚਿਲड्रन ऑफ गॉड, एक पिता एकस के हम बारक सीखना पेगा, जीना पेगा, तो तू ना संवरदा जाएगा। हम तज भलो सब कोई नज़र आने शुरू हो जाएंगे। उस तो बाद फायदा की होगा जिन ऐसा कर बूझिया जेड़े एन सीख लेंदे ने, समझ जाते ने मीत हमारा सोए। वो किदा मित्र बन जाता है? रब जी दा, रब जी दा फ्रेंड बन जाता है। ਰੱਬ ਜੀ ਦੇ ਪੈਰਾਡਾਈਜ਼ ਵਿੱਚ, ਰੱਬ ਜੀ ਦੇ ਪੈਲੇਸ ਵਿੱਚ, ਰੱਬ ਜੀ ਦੀ ਐਮਪਾਇਰ ਵਿੱਚ, ਰੱਬ ਜੀ ਦੀ ਦਰਗਾਹ ਵਿੱਚ, ਰੱਬ ਜੀ ਦੇ ਮਹਿਲ ਵਿੱਚ, ਗੁਰ ਤੇ ਮਹਿਲ ਪ੍ਰਾਪਤੇ ਦੇ ਮਹਿਲ ਦੇ ਵਿੱਚ ਉਸ ਨੂੰ ਜੀਣਾ ਆ ਜਾਂਦਾ ਹੈ। ਉਹਦੀ ਅੱਖ ਬਦਲ ਜਾਂਦੀ ਹੈ, ਉਹਦਾ ਵਿਜ਼ਨ ਬਦਲ ਜਾਂਦਾ ਹੈ, ਕਿਉਂਕਿ ਉਸ ਨੂੰ ਵਿਜ਼ਨ ਮਿਲ ਗਿਆ। कबीर सब ते हम बुरे हम तज भलो सब कोए। फायदा क्या होया जिन ऐसा कर बूझिया मीत हमारा सोए। इस तरह रब जी साडे मित्र बन जाते ने। सानू सबको मीत हम आपन कीना, हम सबना के साजन। सारे नाल प्यार पै गया। जदों सारे नाल प्यार पै जांदा ना, घर सस नूं बेटी वांगू प्रवान हो जाती है। नूं अपनी सस अपनी मां वांगू लगन लग पैंदी है। कोई भी ना को बैरी नहीं बिगाना, सगल संग हमको बनाई। हर किसी नाल हारमनी बननी शुरू हो जाती है। कोई पिया डिसहारमनी करे पर इहदे मन अंदर सारियां दे वास्ते हारमनी, प्यार, भाख्या पाओ अपार दी अवस्था बन जाती। इंज दा सवारदे ने गुरु साहब। कितनी गुरु पातशाह साडे मैले मन नूं साफ करन दा ढंग वरतदे ने। जे असीं इंज नहीं करदे हां तां अज दे श्लोक चों कुछ समझिए। अज दे श्लोक विच कहंदे ने मैं ना अपने आप ते टुकावां कि तुरदे को तुरदा मिले, उड़ते को उड़ता,
जीवते को जीवता मिले, मुए को मुआ। ਮੈਨੂੰ ਕਿਸੇ ਨੇ ਦੱਸਿਆ ਕਿ ਇਹਦੇ ਅਰਥ ਇਹ ਨੇ ਕਿ ਤੁਰਨ ਵਾਲਿਆਂ ਨੂੰ, ਤੁਰਨ ਵਾਲੇ ਜਿਸ ਤਰ੍ਹਾਂ ਕਿ ਮੰਨ ਲਿਆ ਘੋੜੇ, ਹਾਥੀ, ਊਂਠ, ਤੁਰਨ ਵਾਲਿਆਂ ਨਾਲ ਤੁਰਨ ਵਾਲੇ ਟੁੱਟ ਪੈਂਦੇ ਨੇ, ਉੱਡਣ ਵਾਲਿਆਂ ਨਾਲ, ਪੰਛੀਆਂ ਨਾਲ ਪੰਛੀ ਮਿਲ ਪੈਂਦੇ ਨੇ। ਜੀਵਤੇ ਕੋ ਜੀਵਤਾ ਮਿਲੇ, ਮੂਏ ਕੋ ਮੂਆ। ਤਾਂ ਮੈਂ ਉਹਨਾਂ ਦੀ ਗੱਲ ਸੁਣਨ ਤੋਂ ਬਾਅਦ ਇਸ ਸ਼ਬਦ ਨੂੰ ਬੜੀ ਦੇਰ ਦੇਖ ਕੇ ਵਿਚਾਰਦਾ ਰਿਹਾ ਕਿ ਜੇ ਤੁਰਨ ਵਾਲਿਆਂ ਦੀ ਗੱਲ ਇੰਝ ਮੰਨ ਲਈਏ ਵੀ ਤੁਰਨ ਵਾਲੇ ਘੋੜੇ ਹਾਥੀਆਂ ਨਾਲ ਜਿਹੜੇ ਤੁਰਦੇ ਨੇ ਉਹਨਾਂ ਨਾਲ ਮਿਲ ਜਾਂਦੇ ਨੇ, ਪੰਛੀਆਂ ਨਾਲ ਪੰਛੀ ਮਿਲ ਜਾਂਦੇ ਨੇ, ਤਾਂ ਜਿਹਨੂੰ ਦੁਨੀਆ ਜੀਣਾ ਕਹਿੰਦੀ ਹੈ ਉਹਨਾਂ ਨਾਲ ਉਹ ਮਿਲ ਜਾਂਦੇ ਨੇ, ਤਾਂ ਮੂਏ ਕੋ ਮੂਏ ਕਿਵੇਂ ਮਿਲਦੇ ਨੇ? ਤੁਸੀਂ ਸਭ ਨੇ ਫਿਊਨਰਲ ਦੇਖਿਆ ਹੋਣਾ, ਤੁਸੀਂ ਸਭ ਨੇ ਕਿਸੇ ਦਾ ਸੰਸਕਾਰ ਦੇਖਿਆ ਹੋਣਾ, ਤੁਸੀਂ ਸਭ ਨੇ ਕਿਸੇ ਦਾ ਜਨਾਜ਼ਾ ਜਾਂਦਿਆਂ ਦੇਖਿਆ ਹੋਣਾ, ਤੁਸੀਂ ਕਿਸੇ ਡੈਡ ਬੋਡੀ ਨੂੰ ਕ੍ਰਿਸਚੀਅਨਸ ਜਿਸ ਤਰ੍ਹਾਂ ਲਿਜਾਂਦੇ ਨੇ ਉਸ ਤਰ੍ਹਾਂ ਜਾਂਦਿਆਂ ਦੇਖਿਆ ਹੋਣਾ, ਪਰ ਕਦੀ ਇੰਝ ਨਹੀਂ ਦੇਖਿਆ ਹੋਣਾ ਕਿ ਗ੍ਰੇਵ ਯਾਰਡ ਵਿੱਚ ਇੱਕ ਡੈਡ ਬੋਡੀ ਉੱਠੇ ਔਰ ਦੂਜੀ ਡੈਡ ਬੋਡੀ ਨੂੰ ਮਿਲ ਜਾਏ, ਜਾਂ ਜਿੱਥੇ ਸੰਸਕਾਰ ਕੀਤਾ ਜਾਂਦਾ ਹੈ ਉੱਥੇ ਦੋ ਡੈਡ ਬੋਡੀਜ਼ ਪਈਆਂ ਹੋਣ ਇੱਕ ਦੂਜੇ ਨੂੰ ਮਿਲ ਜਾਣ। ਤਾਂ ਮੈਂ ਸੋਚਿਆ ਲੱਗਦਾ ਹੈ ਕਿਸੇ ਵਾਸਤੇ ਨਹੀਂ ਹੈ, ਮੇਰੇ ਵਾਸਤੇ ਹੈ। ਜਦੋਂ ਇੰਝ ਅਸੀਂ ਬਾਣੀ ਵਿਚਾਰਦੇ ਹਾਂ ਤਾਂ ਸਾਰੀ ਰਿਸਪੌਂਸਿਬਿਲਿਟੀ ਆਪਣੇ ਸਿਰ ਆ ਜਾਂਦੀ ਹੈ। ਹੁਣ ਆਪਣੇ ਤੇ ਟੁਕਾ ਕੇ ਦੇਖੀਏ ਕਿ ਸਾਰੀਆਂ ਗੱਲਾਂ ਮੇਰੇ ਤੇ ਟੁਕਾਈਆਂ ਹੋਈਆਂ। ਦ ਵੇ ਵੀ ਬਿਹੇਵ, ਸਾਰੇ ਮੇਰੇ ਸਿੰਪਟਮਸ ਦੱਸੇ ਜਾ ਰਹੇ ਨੇ। ਕਿਸ ਤਰ੍ਹਾਂ? ਜਿਸ ਤਰ੍ਹਾਂ ਦੇਖ, ਲੋਕੀ ਜਿਹੜੇ ਤੁਰਦੇ ਵਾਲੀਆਂ ਗੱਲਾਂ ਕਰਦੇ ਨੇ ਨਾ, ਇੰਝ ਸਪੀਡ ਵੱਧਦੀ ਹੈ, ਇੰਝ ਤੁਰਨਾ ਹੁੰਦਾ ਹੈ, ਇੰਝ ਤੁਰਨਾ ਚਾਹੀਦਾ ਹੈ, ਸਟੈਗਨੈਂਟ ਲਾਈਫ ਨਹੀਂ ਜੀਣੀ ਚਾਹੀਦੀ, ਅੱਗੇ ਤੋਂ ਅੱਗੇ ਵਧਣਾ ਚਾਹੀਦਾ ਹੈ, ਜਿਸ ਨੂੰ ਲੋਕੀ ਆਪਣੇ ਨਾਮ ਵਿੱਚ ਬੜਾ ਕਾਮਯਾਬ ਜੀਵਨ ਕਹਿੰਦੇ ਨੇ, ਬੜੀ ਪ੍ਰੋਗਰੈਸ ਕਰਨਾ ਕਹਿੰਦੇ ਨੇ। ਕੈਪੀਟਲਿਜ਼ਮ ਵਿੱਚ ਡੇ ਬਾਈ ਡੇ ਆਪਣੇ ਆਪ ਨੂੰ ਵਧਾਈ ਜਾਣਾ, ਆਪਣੇ ਡੇਟਾ ਵਧਾਈ ਜਾਣਾ, ਆਂਕੜੇ ਵਧਾਈ ਜਾਣਾ, ਇੰਨੇ ਮਿਲੀਅਨ ਦਾ ਬਿਜ਼ਨਸ ਕੀਤਾ। ਤੁਰਦੇ ਵਾਲੀਆਂ ਗੱਲਾਂ, ਜਿਨ੍ਹਾਂ ਨੂੰ ਤੁਰਦੇ ਵਾਲੀਆਂ ਗੱਲਾਂ ਪਸੰਦ ਹੁੰਦੀਆਂ ਨਾ, ਉਹ ਨਾ ਲੱਭ ਲੈਂਦੇ ਨੇ ਹਜ਼ਾਰਾਂ ਲੱਖਾਂ ਚੋਂ ਨਾ ਤੁਰਦੇ ਵਾਲੇ ਬੰਦੇ ਲੱਭ ਲੈਂਦੇ ਨੇ, ਉਹ ਉਹਨਾਂ ਨਾਲ ਉੱਠਣਾ ਬੈਠਣਾ ਸ਼ੁਰੂ ਕਰ ਦਿੰਦੇ ਨੇ। ਹੁਣ ਮੈਂ ਚੈੱਕ ਕਰਨਾ, ਮੈਂ ਤੁਰਦੇ ਵਾਲੇ ਨਾਲ ਬਹਿਨਾ ਤਾਂ ਇਹ ਸ਼ਬਦ ਮੇਰੇ ਤੇ ਟਕੋਰ ਮਾਰ ਰਿਹਾ ਕਿ ਤੂੰ ਇੱਕ ਤੁਰਦੇ ਵਾਲੇ ਲੱਭ ਲੈ, ਕਿਉਂਕਿ ਤੇਰੇ ਖਿਆਲ ਤੁਰਦੇ ਵਾਲੇ ਹਨ। ਸੈਕਿੰਡ, ਉੱਡਤੇ ਕੋ ਉੱਡਤਾ ਮਿਲੇ। ਜੇ ਪੰਛੀਆਂ ਨਾਲ ਪੰਛੀ ਮਿਲ ਜਾਂਦੇ ਨੇ ਤਾਂ ਸ਼ਬਦ ਮੈਨੂੰ ਕੀ ਸੁਨੇਹਾ ਦੇ ਰਿਹਾ? ਸ਼ਬਦ ਮੈਨੂੰ ਸੁਨੇਹਾ ਦੇ ਰਿਹਾ ਜਿਹੜੇ ਉੱਡਣੀਆਂ ਗੱਲਾਂ ਕਰਦੇ ਨੇ, ਫਲਾਣੇ ਸਟਾਕ 'ਚ ਪਾਓ ਨਾ ਪੈਸੇ, ਰਾਤੋਂ ਰਾਤ ਦੇਖੋ ਜੀ $40 ਦਾ ਸੀ, ਰਾਤੋਂ ਰਾਤ 120 ਦਾ ਹੋ ਗਿਆ, ਤੁਸੀਂ ਪਾਓ, ਦੇਖਣਾ ਕੱਲ ਪਰਸੋਂ ਨਹੀਂ ਤੇ ਮਹੀਨੇ ਅੰਦਰ 400 ਦਾ ਹੋ ਜਾਏਗਾ। ਇਹ ਉੱਡਣੀਆਂ ਗੱਲਾਂ ਹੁੰਦੀਆਂ, ਸ਼ਾਰਟਕਟ, ਰਾਤੋਂ ਰਾਤ ਮਿਲੀਅਨਰ ਬਣਨ ਦੇ ਸੁਪਨੇ। ਸਾਨੂੰ ਜਦੋਂ ਕੋਈ ਉੱਡਦੀਆਂ ਗੱਲਾਂ ਸੁਣਾਉਂਦਾ ਨਾ, ਫਲਾਣੀ ਪ੍ਰਾਪਰਟੀ 'ਚ ਇਨਵੈਸਟ ਕਰੋ, ਇੰਝ ਤੁਸੀਂ ਅਮੀਰ ਹੋ ਜਾਓਗੇ, ਫਲਾਣੇ ਸਟਾਕ 'ਚ ਅਪਲਾਈ ਕਰੋ, ਇੰਝ ਹੋ ਜਾਓਗੇ, ਇੰਝ ਕਰੋ, ਜਦੋਂ ਸਾਨੂੰ ਇਸ ਤਰੀਕੇ ਨਾਲ ਕੋਈ ਸ਼ਾਰਟਕਟਸ ਦੱਸਦਾ ਨਾ, ਓਵਰਨਾਈਟ ਮਿਲੀਅਨਰ ਬਣਨ ਦੇ ਸੁਪਨੇ ਸੁਣਾਉਂਦਾ ਨਾ, ਇਹਨੂੰ ਉੱਡਣੀਆਂ ਗੱਲਾਂ ਕਹਿੰਦੇ ਨੇ। ਉੱਡਦੀਆਂ ਗੱਲਾਂ। ਜੇ ਮੇਰੇ ਉੱਡਦੇ ਖਿਆਲ ਨੇ ਤਾਂ ਮੈਂ ਕੀ ਕਰਾਂਗਾ? ਮੈਂ ਗੁਰਦੁਆਰੇ ਜਾਵਾਂਗਾ, ਬਾਣੀ ਨਹੀਂ ਸੁਣਾਂਗਾ, ਇਹੀ ਦੇਖਾਂਗਾ ਇਹ ਬੰਦਾ ਬੜਾ ਸਿਆਣਾ ਹੈ, ਲੰਗਰ ਵਿੱਚ ਮੈਂ ਇਹਦੇ ਨਾਲ ਬਹਿਣਾ ਹੈ, ਇਹ ਨਾ ਮੈਨੂੰ ਕੋਈ ਪ੍ਰਾਪਰਟੀ ਜਾਂ ਸਟਾਕ ਦਾ ਆਈਡੀਆ ਦੇ ਜਾਏਗਾ। ਆਪਣੇ ਬੱਚੇ ਨੂੰ ਕਹਾਂਗੇ ਫਲਾਣੇ ਨਾਲ ਬੈਠਿਆ ਕਰ, ਉਹਨੂੰ ਬੜੀ ਸਮਝ ਹੈ, ਉਹਨੇ ਦੇਖ ਪਿਛਲੇ 2 ਸਾਲ ਹੋਏ ਨੇ, ਸਾਨੂੰ ਤਾਂ ਇੱਥੇ 40 ਸਾਲ ਹੋ ਗਏ ਅਮਰੀਕਾ ਆਇਆ, ਸਾਡੇ ਕੋਲ ਸਿਟੀਜ਼ਨਸ਼ਿਪ ਹੈ, ਅਸੀਂ ਨਹੀਂ ਇੰਨੀ ਅਮੀਰੀ ਕਮਾ ਸਕੇ, 2 ਸਾਲ ਉਹਦੇ ਨਾਲ ਬੈਠਿਆ ਕਰ ਬੇਟਾ। ਮੈਂ ਆਪਣੇ ਤੇ ਟੁਕਾਇਆ ਤਾਂ ਮੈਂ ਸੋਚਿਆ ਮਾਈ ਗੋਡ, ਹਾਂ ਉੱਡਦੀਆਂ ਗੱਲਾਂ ਕਰਨ ਵਾਲੇ ਮੈਨੂੰ ਚੰਗੇ ਲੱਗਦੇ ਨੇ, ਇਸੀ ਕਰਕੇ ਮੈਂ 100 ਵੱਲਾ ਪਾ ਕੇ ਆਪਣੇ ਉੱਡਦੀਆਂ ਗੱਲਾਂ ਕਰਨ ਵਾਲੇ ਨਾਲ ਮਿਲ ਕੇ ਬਹਿ ਜਾਂਦਾ। ਅਸੀਂ ਆਪਣੇ ਤੇ ਟੁਕਾ ਰਹੇ ਹਾਂ ਸਾਰੇ। ਇੰਝ ਲੋਕੀ ਤੁਰਦੇ ਵਾਲੇ ਦੇ ਨਾਲ ਬਹਿ ਜਾਂਦੇ ਨੇ, ਕੁਛ ਲੋਕੀ ਉੱਡਦੇ ਵਾਲੇ ਨਾਲ ਬਹਿ। ਇੰਝ ਜੀਵਤੇ ਕੋ ਜੀਵਤਾ ਮਿਲਾ। ਲੋਕੀ ਜੀਣਾ ਕਿਹਨੂੰ ਕਹਿੰਦੇ ਨੇ? ਤੁਸੀਂ ਸਭ ਨੇ ਸੁਣਿਆ ਕਿ ਨਹੀਂ ਸੁਣਿਆ? ਮੈਨੂੰ ਸੁਣਨ ਨੂੰ ਮਿਲਿਆ, ਓਏ ਰੱਬ ਕਹੇਗਾ ਮੈਂ ਸ਼ਰਾਬ ਬਣਾਈ, ਤੂੰ ਪੀਤੀ ਨਹੀਂ, ਫਿਰ ਤੂੰ ਜੀਵਿਆ ਹੀ ਕੀ ਹੈ? ਇਸ ਤਰ੍ਹਾਂ
ਦੁਨੀਆ ਭਰ ਦੇ ਜਿਹੜੇ ਨੈਗੇਟਿਵਸ, ਜਿਹੜੇ ਸਾਡੇ ਸਮਾਜ ਨੂੰ ਖਰਾਬ ਕਰਦੇ ਨੇ, ਸਾਡੇ ਘਰਾਂ ਦੇ ਰਿਸ਼ਤੇ ਖਰਾਬ ਕਰਦੇ ਨੇ, ਜਿਹੜੇ ਸਾਡਾ ਕਰੈਕਟਰ ਖਰਾਬ ਕਰਦੇ ਨੇ, ਮੇਰਾ ਆਚਰਣ ਗਿਰਾ ਦਿੰਦੇ ਨੇ, ਉਹ ਦੁਨੀਆ ਸਮਝਦੀ ਹੈ ਉਹਨੂੰ ਜੀਣਾ ਕਹਿੰਦੇ ਨੇ। ਪਰ ਗੁਰੂ ਸਾਹਿਬ ਕਹਿੰਦੇ ਨੇ ਗੱਲਾਂ ਉੱਪਰ ਤਪਾਵਸ ਨਾ ਹੋਵੇ, ਵਿਸ ਖਾਦੀ ਤਤਕਾਲ ਮਰ ਜਾਏ। ਇਹਨੂੰ ਮਰਨਾ ਕਹਿ ਮਰ ਗਿਆ ਤੂੰ, ਆਖਾਂ ਜੀਵਾਂ ਵਿਸਰੇ ਮਰ ਜਾਉ। ਜੋ ਹੀ ਤੈਨੂੰ ਰੱਬ ਜੀ, ਵਾਹਿਗੁਰੂ ਜੀ, ਗੋਡ ਜੀ, ਅੱਲਾ ਜੀ, ਰਾਮ ਜੀ ਵਿਸਰੇ ਨਾ, ਉਸ ਵੇਲੇ ਮਰ ਜਾਈਦਾ। ਤੂੰ ਇਹਨੂੰ ਜੀਵਨ ਜਾਚ ਕਹਿੰਦਾ। ਇਹ ਜੀਵਨ ਜਾਚ ਨਹੀਂ ਹੈ ਕਿ ਤੂੰ ਸ਼ਰਾਬੀਆਂ ਨਾਲ ਰਾਤ ਦੇ 1-1, 2-2 ਵਜੇ ਤੱਕ ਬੈਠਾ ਰਵੇਂ, ਤੂੰ ਅੰਮ੍ਰਿਤ ਵੇਲੇ ਉੱਠੇ ਹੀ ਨਾ, ਤੂੰ ਨਿਤਨੇਮ ਹੀ ਨਾ ਕਰੇ, 5 ਕਕਾਰ ਤੂੰ ਪਾਣ ਤੋਂ ਆਪਣੇ ਆਪ ਨੂੰ ਸ਼ਰਮ ਮਹਿਸੂਸ ਕਰੇ, ਜਦਕਿ 5 ਕਕਾਰ ਪਾ ਕੇ ਸ਼ੀਸ਼ੇ ਸਾਹਮਣੇ ਜਦੋਂ ਸਿੰਘ ਖੜਾ ਹੁੰਦਾ ਹੈ ਨਾ, ਤਾਂ ਉਹ ਮਾਣ ਮਹਿਸੂਸ ਕਰਦਾ, ਗੁਰੂ ਪਾਤਸ਼ਾਹ ਮੈਨੂੰ ਇਸ ਲਾਇਕ ਬਣਾਇਆ ਤੁਸੀਂ। ਇਸ ਤਰ੍ਹਾਂ ਜਦੋਂ ਅਸੀਂ 5 ਕਕਾਰ ਸਜਾਉਂਦੇ ਹਾਂ ਨਾ ਆਪਣੇ ਤਨ 'ਤੇ, ਤਾਂ ਮਾਣ ਗੁਰੂ ਪਾਤਸ਼ਾਹ 'ਤੇ ਆਉਂਦਾ ਹੈ। ਲੇਕਿਨ ਬੰਦਾ ਆਪਣੇ ਆਪ ਨੂੰ ਸੁਸਾਇਟੀ 'ਚ ਉੱਠਣ ਬੈਠਣ ਵਾਸਤੇ ਪਤਤ ਹੋਣ ਨੂੰ ਤਿਆਰ ਹੈ, ਸ਼ਰਾਬ ਪੀਣ ਨੂੰ ਤਿਆਰ ਹੈ, ਪਰ ਖੰਡੇ ਕੀ ਪੌਲ ਛੱਕਣ ਨੂੰ ਨਹੀਂ ਤਿਆਰ। ਰਾਤ ਦੇ 2-2, 3-3 ਵਜੇ ਸੋ ਕੇ 12-1 ਵਜੇ ਉੱਠੇਗਾ ਤਾਂ 2 ਵਜੇ ਦਾ ਬ੍ਰੇਕਫਾਸਟ ਹੋਏਗਾ, ਸ਼ਾਮੀ 6-7 ਵਜੇ ਲੰਚ ਹੋਏਗਾ, ਤੇ ਅੱਧੀ ਰਾਤੀ ਫਿਰ ਕਿਸੇ ਇਸ਼ਕੀ ਮੁਸ਼ਕੀ ਵਾਲੇ ਨਾਲ ਬੈਠ ਕੇ ਲੰਚ ਡਿਨਰ ਕਰੇਗਾ। कैसा जीवन बिगड़ गया, अपनी सेहत बनाने का टाइम नहीं, अपने गुरु नाल जुड़न का अमृत वेले का टाइम नहीं कढ़िया। इनू दुनिया जीना समझ रही है। पीपल थिंक दिस इज लाइफ। गुरु साहब कहते जीवते को इनू जीना कहता है। विस खादी तत्काल मर जाए, गल्लां नाल नहीं होंदा जीना। नानक जित वेला विसरै मेरा स्वामी, तित वेला मर जाए जियो मेरा। उसी वेले तो तू मर जाना, तो उन्होंने जीना कहना है। तो जिन्हों तू जीना कहता है, जिन्हों लोकी जीना कहते हैं, तू ऐसे जीण वाले नाल कंपनी करता है, बड़ा फखर महसूस करता है। इनू जीना नहीं कहते ने, पर लोकी ऐसे जीण वाले नाल जुड़ के बह जाते हैं। तुरदे को तुरदा मिले, उड़ते को उड़ता, जीवते को जीवता मिले, मूए को मूआ। मूए को मूआ की होंदा है? मूए को मूआ होंदा है जेड़े टैंदियां कलां दियां गल्लां करन, उदासीनता दी, सैडिस्ट दी, पैसीमिज्म दी गल्लां करन, उन्हां नूं कहंदे ने मूए को मूआ। सानू ये कदी भी नहीं सिखाया गया कि जदों घर कोई चढ़ाई कर जाए, कोई विछड़ जाए, कोई घाटे पै जान, कोई कैलेमिटी हो जाए, कोई नुकसान हो जाए, तो उस वेले उदास हो जाओ तो फिक्कियां फुलियां वरताना शुरू करो। सानू हर वेले चढ़दी कला सिखाई गई है। कड़ा प्रसाद बना ते कह आनंद पिया मेरी माए, सतगुरु मैं पाया। कड़ा प्रसाद बनाने, किरपान पेट करदे, सानू भगती शक्ति दृढ़ कराई है। लंगर वरतांदे तां चढ़दी कला दा प्रतीक, कोई गल नहीं, साडे पापा जी साडे तो विछड़ गए हैं, पर साडे गुरु पातशाह ने सानू लंगर दा सिस्टम सिखाया है। असी उदासीनता च नहीं जाते। आओ सारे रल के लंगर छकीए। लंगर छकदे आ, जकारा बुलांदे आ, सतनाम वाहिगुरू कर करके लंगर वरतांदे आ। ये साडा चढ़दी कला दा प्रतीक है। यह सारा जिहड़ा सिस्टम है ना साडा, यह सिस्टम गुरुद्वारे विच प्रैक्टिस किया जाता है। गुरुद्वारा ना स्कूल है, एक ऐसा स्कूल जिहदे विच मेरा जीवन, मेरा करैक्टर कढ़िया जाता है। गुरु पातशाह कहते मेरे राम हम बारक हैं हर प्रभ के इयाणे। मैं इयाणा, मनु समझ नहीं है। तो मैं हैरान ही रह गया। गुरु पातशाह कह रहे ने, जदों भी शब्द आएगा ना गुर की मत तू ले इयाणे, और जदों ऐसा शब्द आए मेरे राम हम बारक है हर प्रभ के इयाणे, तो असी इयाणे का मीनिंग समझा जिहड़े निक्के निक्के बच्चे होंदे ने, स्मॉल किड्स नूं असी इयाणे कहंदे आ। गुरु पातशाह कहंदे ने जे तैनूं विजडम प्राप्त नहीं है, सतगुर दी मत प्राप्त नहीं है, तू सच ते जदों नहीं टुरदा, तू सच नूं जदों इग्नोर करदा है,
ਡਜ਼ਨਟ ਮੈਟਰ ਕਿ ਤੇਰੀ ਉਮਰ ਕਿੰਨੀ ਹੈ, ਤੂੰ ਭਾਵੇਂ 70 80 90 100 ਸਾਲ ਦਾ ਹੋ ਜਾਏ, ਜਿੰਨਾ ਮਰਜ਼ੀ ਅਮੀਰ ਹੋ ਜਾਏ, ਡਿਗਰੀਆਂ ਜਿੰਨੀਆਂ ਮਰਜ਼ੀ ਤੇਰੇ ਕੋਲ ਹੋਣ, ਸਟੇਟਸ ਤੇਰਾ ਜਿਹੜਾ ਮਰਜ਼ੀ ਹੋਵੇ, ਤੂੰ ਇਆਣਾ ਹੈ। ਮੈਂ ਤੇ ਤੁਹਾਨੂੰ ਨਹੀਂ ਕਹਿ ਸਕਦਾ ਕਿ ਤੁਸੀਂ ਇਆਣੇ ਹੋ, ਗੁਰੂ ਪਾਤਸ਼ਾਹ ਜੀ ਮੈਨੂੰ ਕਹਿ ਰਹੇ ਨੇ ਤੂੰ ਇਆਣਾ ਹੈ। ਹੁਣ ਮੈਨੂੰ ਸਕੂਲ ਵਿੱਚ ਬਹਿਣਾ ਸਿਖਾ ਰਹੇ ਨੇ, कह रहे ने मेरे राम हम बारक हैं हर प्रभ के इयाणे, मैं इयाणा हाँ बच्चा। धन धन गुरु गुर सतगुर पांदा, यू आर द बेस्ट टीचर, यू आर वेरी इंटैलीजेंट टीचर। धन धन गुरु गुर सतगुर पांदा जिन हर उपदेश दे। तुसी मैनू सच समझाया कि ये सियाणे, ਤੁਸੀਂ ਸੱਚ ਸਿਖਾ ਕੇ ਮੈਂ ਮੂਰਖ ਨੂੰ ਸਿਆਣਾ ਕਰ ਦਿੰਦੇ ਹੋ। ਕਿਤਨੇ ਗ੍ਰੇਟ ਹੋ। ਆਪਣੀ ਇਹ ਪਾਠਸ਼ਾਲਾ, ਆਪਣਾ ਸਕੂਲ ਤੁਸੀਂ ਰੋਜ਼ ਲਾਉਂਦੇ ਹੋ, ਸਤਸੰਗਤ ਸਤਿਗੁਰ ਟਕਸਾਲ ਹੈ ਤੁਸੀਂ ਰੋਜ਼ ਲਾਉਂਦੇ ਹੋ, ਪਰ ਮੈਂ ਦੇਖੋ ਕਿਤਨਾ ਆਣਾ, ਮੈਂ ਉੱਡਦਿਆਂ ਨਾਲ ਤੁਰਦਿਆਂ ਨਾਲ ਜੀਵਤਿਆਂ ਨਾਲ ਵਾਲਿਆਂ ਨਾਲ ਗੱਲਾਂ ਕਰਦਾ ਰਹਿੰਦਾ, ਢਹਿੰਦੀਆਂ ਕਲਾ ਵਾਲੇ ਜਿਹੜੇ ਨੇ ਢਹਿੰਦੀਆਂ ਕਲਾ ਵਾਲਿਆਂ ਨਾਲ ਗੱਲਾਂ ਕਰਦਾ ਰਹਿੰਦਾ। ਜਦੋਂ ਅਸੀਂ ਨਿੰਦਾ ਕਰਦੇ ਹਾਂ, ਕੰਨੋ ਕੰਨੀ ਕੋਈ ਗੱਲ ਕਰਦੇ ਹਾਂ, ਸੁਣੀ ਸੁਣਾਈ, ਸਾਧ ਸੰਗਤ ਜੀ ਇੱਕ ਗੱਲ ਨਾ ਆਮ ਤੌਰ 'ਤੇ ਕਹੀ ਜਾਂਦੀ ਹੈ, ਜਿਹੜੀ ਗੱਲ ਤੂੰ ਆਪਣੀ ਅੱਖਾਂ ਨਾਲ ਵੇਖੀ ਹੈ ਉਹਦੇ ਬਾਰੇ ਗੱਲ ਕਰ, ਤੂੰ ਆਪਣੇ ਕੰਨਾਂ ਨਾਲ ਸੁਣੀ ਹੈ ਤਾਂ ਉਹਦੇ ਬਾਰੇ ਗੱਲ ਕਰ। ਪਰ ਅਸੀਂ ਇੱਕ ਸੈਮੀਨਾਰ ਕੀਤਾ ਸੀ, ਨਿੰਦਾ ਨਿੰਦੋ ਨਿੰਦੋ ਮੋਕੋ ਲੋਕ ਨਿੰਦੋ। ਉਸ ਸੈਮੀਨਾਰ ਵਿੱਚ ਅਸੀਂ ਸਮਝਿਆ ਸੀ ਅੱਖਾਂ ਦੇਖੀ ਕੰਨਾਂ ਸੁਣੀ ਵੀ ਝੂਠ ਹੋ ਸਕਦੀ ਹੈ। ਇਸ ਕਰਕੇ ਸਭ ਤੋਂ ਪਹਿਲਾ ਕੰਮ ਕੀ ਕਰ, ਆਪ ਸਵਾਰੇ ਮੈਂ ਮਿਲੇ। ਸਭ ਤੋਂ ਪਹਿਲਾ ਕੰਮ ਕੀ ਕਰ, ਤੈਨੂੰ ਜੇ ਕੋਈ ਭੈੜਾ ਲੱਗਦਾ ਹੈ ਤੂੰ ਉਹਨੂੰ ਚੇਂਜ ਨਹੀਂ ਕਰ ਸਕਦਾ, ਤੂੰ ਪਤਾ ਕੀ ਕਰ, ਮਨ ਆਪਣੇ ਤੇ ਬੁਰਾ ਮਿਟਾਣਾ, ਆਪਣੇ ਆਪ ਨੂੰ ਠੀਕ ਕਰ। ਮੈਨੂੰ ਕਹਿੰਦੇ ਪਏ ਨੇ ਮਨ ਆਪਣੇ ਤੇ ਬੁਰਾ ਮਿਟਾਣਾ, ਪਰ ਜੇ ਮੈਂ ਆਪਣੇ ਮਨ ਤੋਂ ਬੁਰਾ ਨਾ ਮਿਟਾਵਾਂ ਔਰ ਢਹਿੰਦੀਆਂ ਕਲਾ ਵਾਲੀ ਗੱਲ ਕਰਾਂ ਤਾਂ ਢਹਿੰਦੀਆਂ ਕਲਾ ਦੀਆਂ ਗੱਲਾਂ ਵਿੱਚ ਨਿੰਦਾ ਵੀ ਆਉਂਦੀ ਹੈ। ਅਸੀਂ ਕਿਸੇ ਬਾਰੇ ਸੱਚ ਜਾਣਦੇ ਨਹੀਂ ਹਾਂ, ਸੁਣੀ ਸੁਣਾਈ ਦੀਆਂ ਗੱਲਾਂ ਕਰਨ ਲੱਗ ਪੈਂਦੇ ਆ। ਜਿਵੇਂ ਮੂਏ ਕੋ ਮੂਆ ਦਾ ਮੈਂ ਐਗਜ਼ਾਮਪਲ ਪੇਸ਼ ਕੀਤਾ, ਇੰਜ ਮੋਏ ਤਾਂ ਮੋਏ ਮਿਲਦੀਆਂ ਨਹੀਂ, ਡੈਡ ਬੋਡੀਜ਼ ਤਾਂ ਨਹੀਂ ਮਿਲਦੀਆਂ, ਪਰ ਮੈਂ ਮੋਏ ਖਿਆਲਾਂ ਵਾਲਿਆਂ ਨਾਲ ਬਹਿ ਜਾਂਦਾ ਹਾਂ, ਭਾਵੇਂ ਉਹ ਨਿੰਦਾ ਕਰਨ ਤੇ ਭਾਵੇਂ ਉਹ ਢਹਿੰਦੀਆਂ ਕਲਾ ਵਾਲੀਆਂ ਗੱਲਾਂ ਕਰਨ ਤੇ ਭਾਵੇਂ ਉਹ ਗੌਸਪਿੰਗ ਔਰ ਬੈਕ ਬਾਈਟਿੰਗ ਕਰਨ ਤੇ ਭਾਵੇਂ ਉਹ ਲੈਗ ਪੁਲਿੰਗ ਕਰਨ ਤੇ ਭਾਵੇਂ ਡਿਸਟਰਕਸ਼ਨ ਕਰਨ। ਗੁਰੂ ਪਾਤਸ਼ਾਹ ਕਹਿੰਦੇ ਨੇ ਕਿਵ ਸਚਿਆਰਾ ਹੋਈ ਹੈ, ਕਿਵ ਕੂੜ ਹੈ ਟੁੱਟੇ ਪਾਲ। ਕੂੜ ਦੀ ਪਾਲ ਕਿਵੇਂ ਟੁੱਟੇ? ਹੁਣ ਕੂੜ ਦੀ ਪਾਲ ਅਸੀਂ ਰੋਜ਼ ਪੜ੍ਹਦੇ ਹਾਂ, ਕਿਵੇਂ ਟੁੱਟੇ? ਜਿਸ ਜਿਸ ਖਿਆਲ ਦੇ ਨਾਲ ਮੈਂ ਡਿਸਟਰੈਕਸ਼ਨ ਕਰਦਾ ਹਾਂ, ਜਿਸ ਜਿਸ ਖਿਆਲ ਦੇ ਨਾਲ ਮੈਂ ਸਮਾਜ ਵਿੱਚ ਪੋਲਿਊਸ਼ਨ ਖਿਲਾਰਦਾ ਹਾਂ, ਜਿਸ ਜਿਸ ਖਿਆਲ ਦੇ ਨਾਲ ਮੇਰੇ ਮਾਤਾ ਪਿਤਾ ਨਾਲ ਨਹੀਂ ਬਣਦੀ, ਜਿਸ ਜਿਸ ਖਿਆਲ ਦੇ ਨਾਲ ਨੂੰਹ ਸੱਸ ਦੀ ਨਹੀਂ ਬਣਦੀ, ਪਿਓ ਪੁੱਤਰ ਦੀ ਨਹੀਂ ਬਣਦੀ, ਉਹ ਸਾਰੇ ਖਿਆਲ ਨਾ ਕੂੜ ਨੇ। ਮੈਂ ਮਨੁੱਖ ਨੂੰ ਮਨੁੱਖ ਨਹੀਂ ਸਮਝਦਾ, ਹੈ ਕੂੜਾ ਖਿਆਲ ਹੈ। ਬੀ ਹੰਬਲ, ਇਹ ਸਿਖਾਉਂਦੇ। ਹੁਣ ਕਿਉਂਕਿ ਸਮਾਂ ਇਜਾਜ਼ਤ ਨਹੀਂ ਦਿੰਦਾ, ਅਸੀਂ ਇਸ ਸ਼ਲੋਕ ਨੂੰ ਇੱਥੇ ਪੂਰਾ ਸਮਝਾਂਗੇ। ਗੁਰੂ ਸਾਹਿਬ ਕਹਿੰਦੇ ਨੇ ਦੇਖੋ ਦੁਨੀਆ ਦੇ ਇਸ ਤਰ੍ਹਾਂ ਖਿਆਲ ਹਨ, ਤੁਰਦੇ ਕੋ ਤੁਰਦੇ ਵਾਲੇ ਮਿਲ ਜਾਂਦੇ ਨੇ, ਉੱਡਤੇ ਕੋ ਉੱਡਤੇ, ਜੀਵਤੇ ਕੋ ਜੀਵਤਾ, ਮੂਏ ਕੋ ਮੂਆ ਮਿਲ ਜਾਂਦੇ ਨੇ। ਹੁਣ ਅੱਗੇ ਸਿਖਾਉਂਦੇ ਨੇ, ਆਪਣਾ ਕਨਕਲੂਜਨ ਦਿੰਦੇ ਨੇ, ਕਹਿੰਦੇ ਨਾਨਕ ਸੋ ਸਲਾਈ ਹੈ ਜਿਨ ਕਾਰਨ ਕੀਆ। ਤੈਨੂੰ ਕਿਸੇ ਮਨੁੱਖ ਅੰਦਰ ਕੋਈ ਵੀ ਗੁਣ ਜਾਂ ਅਵਗੁਣ ਨਜ਼ਰ ਆਉਂਦਾ ਤਾਂ ਤੂੰ ਧਿਆਨ ਕੀ ਕਰਨਾ ਹੈ, ਇਹਦੇ ਵਾਲਾ ਅਵਗੁਣ ਮੈਂ ਨਹੀਂ ਕਰਨਾ, ਇਹ ਕਾਰਨ ਹੈ। ਦਿਸ ਇਜ਼ ਦਾ ਰੀਜ਼ਨ that he is bad and this is the reason that he is good। ਪਰ ਮੈਂ ਇਸ ਮਨੁੱਖ ਨਾਲ ਜੁੜ ਨਹੀਂ ਜਾਣਾ, ਉਸ ਮਨੁੱਖ ਨਾਲ ਨਫ਼ਰਤ ਨਹੀਂ ਕਰਨੀ। ਮੇਰੇ ਵਾਸਤੇ ਦੋਨੋਂ ਰੱਬ ਜੀ ਦੇ ਬੰਦੇ ਨੇ, ਨਾ ਕੋ ਮੂਰਖ ਨਾ ਕੋ ਸਿਆਣਾ ਨੇ ਮੇਰੇ ਵਾਸਤੇ। ਇਸ ਕਰਕੇ ਮੈਂ ਕੀ ਕਰਨਾ, ਮੈਂ ਜੇ ਚੰਗੇ ਗੁਣ ਹਨ ਕਿਸੇ ਵਿੱਚ ਤਾਂ ਉਹ ਰੱਬ ਜੀ ਦੇ ਹਨ, ਮੈਂ ਰੱਬ ਜੀ ਦੇ ਨਾਲ ਜੁੜਨਾ ਹੈ।